ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਜਲੰਧਰ ਸਪੋਰਟਸ ਇੰਡਸਟਰੀ ਦਾ ਹੱਬ ਹੈ, ਪਰ ਕਰੋਨਾ ਵਾਇਰਸ ਦੇ ਕਰਕੇ ਇੰਡਸਟਰੀ ਦੇ ਵਿੱਚ ਕਾਫੀ ਗਿਰਾਵਟ ਆਈ ਹੈ। ਹੁਣ ਇਹ ਗ੍ਰਾਫ ਕਦੋਂ ਤੱਕ ਉੱਪਰ ਉੱਠੇਗਾ ਜਾਂ ਮੌਜੂਦਾ ਹਾਲਾਤਾਂ ਦੇ ਵਿੱਚ ਸਪੋਰਟਸ ਇੰਡਸਟਰੀ ਦਾ ਕੀ ਹਾਲਾਤ ਹੈਗੇ ਨੇ, ਇਸ ਬਾਰੇ ਗੱਲਬਾਤ ਕਰਨ ਲਈ ਯੂਨੀਵਰਸਲ ਸਪੋਰਟਸ ਦੇ MD ਮਹੇਸ਼ ਚੱਡਾ ਸਾਡੇ ਨਾਲ ਹੈਗੇ। ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ ਦੈਨਿਕ ਸਵੇਰਾ ਦੇ ਉੱਤੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸਪੋਰਟਸ ਇੰਡਸਟਰੀ ਜਿਵੇਂ ਮੈਂ ਕਿਹਾ ਜਲੰਧਰ ਹੱਬ ਹੈਗੀ ਆ, ਇਸ ਵੇਲੇ ਕਿੱਥੇ ਖੜੀ ਦੇਖਦੇ ਹੋ ਤੁਸੀਂ ਇੰਡਸਟਰੀ ਨੂੰ? ਇਸ ਵੇਲੇ ਜੀ ਭਾਈ ਸਾਹਿਬ ਇੰਡਸਟਰੀ ਦੀ ਪੋਜੀਸ਼ਨ ਤਾਂ ਕੋਈ ਇੰਨੀ ਅੱਛੀ ਨਹੀਂ ਹੈਗੀ, ਕਿਉਂਕਿ ਸਭ ਕੁਝ ਬੰਦ ਪਿਆ। ਹੁਣ ਲਾਕਡਾਊਨ ਤੋਂ ਬਾਅਦ ਥੋੜ੍ਹੀ ਜਿਹੀ ਪਰਮਿਸ਼ਨਸ ਮਿਲੀਆਂ ਨੇ ਅਤੇ ਖੁੱਲ੍ਹਣਾ ਸ਼ੁਰੂ ਹੋਏ ਹਾਂ ਅਸੀਂ, ਪਰ ਡੋਮੈਸਟਿਕ ਮਾਰਕੀਟ ਸਾਰੀ ਬੰਦ ਪਈ ਹੈ। ਜਿਹੜੇ ਐਕਸਪੋਰਟ ਵਾਲੇ ਯੂਨਿਟ ਨੇ ਉਹ ਥੋੜ੍ਹੇ ਸ਼ੁਰੂ ਹੋਏ ਨੇ, ਕਿਉਂਕਿ ਐਕਸਪੋਰਟ ਕਮਿਟਮੈਂਟ ਸੀਗੀਆਂ, ਪੁਰਾਣੇ ਆਰਡਰਸ ਪਏ ਸੀਗੇ। ਅਤੇ ਸਾਡਾ ਕਿਉਂਕਿ ਬਾਕਸਿੰਗ ਐਂਡ ਫਿਟਨੈਸ ਦੀ ਸਾਡੀ ਸਪੈਸ਼ਲਾਈਜੇਸ਼ਨ ਹੈ ਅਤੇ ਉਹ ਕਸਟਮਰ ਡਿਮਾਂਡ ਕਰ ਰਹੇ ਨੇ, ਕਿਉਂਕਿ ਸਾਡਾ US ਐਂਡ ਯੂਰਪ UK ਮਾਰਕੀਟ ਸੀਗੀ ਅਤੇ ਉੱਥੇ ਔਨਲਾਈਨ ਬਿਜ਼ਨਸ ਜਿਹੜਾ ਸੀ ਉਹ ਨਾਲੇ ਐਸੈਂਸ਼ੀਅਲ ਗੁੱਡਸ ਵੀ ਸੀਗੀ, ਜਿਹੜੀ ਹੈ ਸਪੋਰਟਸ ਜਿਹੜੀ ਫਿਟਨੈਸ ਹੈ, ਅਤੇ ਉਹਨਾਂ ਦੀ ਉੱਥੇ ਉਹ ਵਿਕਦੀ ਪਈ ਸੀ। ਇਸ ਕਰਕੇ ਉਹ ਫਿਰ ਸਾਨੂੰ ਵੀ ਉਹਨਾਂ ਦੇ ਪ੍ਰੈਸ਼ਰ ਨਾਲ ਖੋਲ੍ਹਣਾ ਪਿਆ ਕਿ ਜਿੰਨੇ ਸਾਡੇ ਐਕਸਪੋਰਟ ਆਰਡਰਸ ਪੈਂਡਿੰਗ ਨੇ ਉਹ ਅਸੀਂ ਉਹਨਾਂ ਨੂੰ ਭੇਜੀਏ। ਅਤੇ ਬਾਕੀ ਡੋਮੈਸਟਿਕ ਵਿੱਚ ਤਾਂ ਹਜੇ ਕੁਛ ਵੀ ਕੋਈ ਹਲਚਲ ਨਹੀਂ ਹੈਗੀ। ਜਦੋਂ ਤੱਕ ਲਾਕਡਾਊਨ ਖੁੱਲ੍ਹਦਾ ਨਹੀਂ, ਸ਼ਾਪਸ ਨਹੀਂ ਖੁੱਲ੍ਹਦੀਆਂ, ਮਾਰਕੀਟਸ ਨਹੀਂ ਖੁੱਲ੍ਹਣਗੀਆਂ, ਅਤੇ ਅਸੀਂ ਸਭ ਨੂੰ ਰਿਕੁਐਸਟ ਕਰ ਰਹੇ ਹਾਂ ਅਥੋਰਿਟੀਜ਼ ਨੂੰ ਕਿ ਸਾਡੀ ਜਲੰਧਰ ਵੀ ਜਿਹੜੀ ਬਸਤੀ ਨੂੰ ਉਹਦੀ ਸਪੋਰਟਸ ਮਾਰਕੀਟ ਹੈ ਉਹਨੂੰ ਵੀ ਖੋਲ੍ਹਿਆ ਜਾਵੇ, ਕਿਉਂਕਿ ਇਹਨੂੰ ਵੀ ਐਸੈਂਸ਼ੀਅਲ 'ਚ ਪਾਇਆ ਜਾਏ, ਕਿਉਂਕਿ ਇੱਕ ਬੜੀ ਜ਼ਰੂਰੀ ਚੀਜ਼ ਹੈ। ਹੋਰ ਚੀਜ਼ਾਂ ਖੋਲ੍ਹਣ ਨਾਲੋਂ ਫਿਟਨੈਸ ਵੀ ਜਿਹੜੀ ਹੈ ਉਹ ਜੇ ਲੋਕਾਂ ਦੀ ਠੀਕ ਹੋਏਗੀ ਅਤੇ ਉਹ ਆਪਣੇ ਆਪ ਉਹਨਾਂ ਦੀ ਸਿਹਤ ਠੀਕ ਹੋਏਗੀ ਅਤੇ ਇਸ ਬਿਮਾਰੀ ਤੋਂ ਲੜਨ ਦੀ ਜਿਹੜੀ ਹੈ ਇਮਿਊਨਿਟੀ ਉਹਨਾਂ 'ਚ ਵਧੇਗੀ। ਮੇਨਲੀ ਕੰਮ ਤੁਹਾਡਾ ਬਾਕਸਿੰਗ ਗਲਵਜ਼ ਦਾ ਹੈਗਾ, ਅਤੇ ਇਹ ਜ਼ਿਆਦਾਤਰ ਜਿਹੜਾ ਐਕਸਪੋਰਟ ਤੁਸੀਂ ਕਰ ਰਹੇ ਹੋ US UK ਜਾਂ ਯੂਰਪ ਦੇ ਵਿੱਚ ਕਰ ਰਹੇ ਹੋ ਇਸ ਵੇਲੇ, ਕਿਉਂਕਿ ਉੱਧਰ ਵੀ ਸਾਰੀ ਦੁਨੀਆ ਦੇ ਵਿੱਚ ਮਹਾਂਮਾਰੀ ਆ, ਪਰ ਤੁਹਾਡਾ ਕੰਮ ਸਭ ਤੋਂ ਵੱਧ ਜਾਂ ਉੱਧਰ ਕਿਹੜੀ ਕੰਟਰੀ ਯੂਜ਼ ਕਰ ਰਹੀ? USA ਵੀ ਕਰ ਰਹੀ ਹੈ, ਕਿਉਂਕਿ ਮੈਂ ਤੁਹਾਨੂੰ ਦੱਸਿਆ ਉਹਨਾਂ ਨੂੰ ਜਿਸ ਤਰ੍ਹਾਂ ਸਟਿਮੂਲਸ ਪੈਕੇਜ ਮਿਲ ਗਏ ਨੇ। ਸਾਡੀ ਸਰਕਾਰ ਨੇ ਤਾਂ ਕੁਛ ਨਹੀਂ ਦਿੱਤਾ, ਕਿਤੇ ਕਿਸੇ ਨੂੰ ਵੀ ਕੁਛ ਨਹੀਂ ਮਿਲਿਆ, ਅਤੇ ਉੱਥੇ ਦੀਆਂ ਸਰਕਾਰਾਂ ਨੇ ਸਾਰੇ ਆਪਣੇ EMPLOYEES ਨੂੰ, ਬਿਜ਼ਨਸ ਪੀਪਲ ਨੂੰ ਸਟਿਮੂਲਸ ਪੈਕੇਜ ਦਿੱਤੇ ਨੇ, ਅਤੇ ਉਹਦੇ ਕਰਕੇ ਉਹਨਾਂ ਨੂੰ ਜਿਹੜੀ ਇਹ ਪੈਸੇ ਉਹਨਾਂ ਦੇ ਕੋਲ ਸੀਗੇ ਉਹ ਆਪਣੇ ਸਮਾਨ ਖਰੀਦ ਰਹੇ ਨੇ, ਜਿਸ ਤਰ੍ਹਾਂ ਫਿਟਨੈਸ ਦਾ ਹੈ, ਬਾਕਸਿੰਗ ਦਾ ਹੈ, ਜਿੰਨੀਆਂ ਇੰਡੋਰ ਗੇਮਸ ਨੇ, ਅਤੇ ਉੱਥੇ ਉਹ ਸਾਰੀਆਂ ਹੀ ਇੰਡੋਰ ਗੇਮਸ ਜਿਹੜੀਆਂ ਨੇ ਉਹ ਵਿਕ ਰਹੀਆਂ ਨੇ। ਮਾਰਚ ਤੋਂ ਪਹਿਲਾਂ ਜਿਵੇਂ ਬੜਾ ਸਮੂਥ ਇੰਡਸਟਰੀ ਚੱਲ ਰਹੀ ਸੀ, ਪਰ ਹੁਣ ਜਮਾ ਗ੍ਰਾਫ ਥੱਲੇ ਨੂੰ ਆ ਗਿਆ। ਤੁਹਾਡੇ ਤਜਰਬੇ ਦੇ ਹਿਸਾਬ ਨਾਲ ਕਿੰਨਾ ਕੁ ਸਮਾਂ ਰਿਕਵਰ ਕਰਨ 'ਤੇ ਲੱਗ ਜੂ ਇੰਡਸਟਰੀ ਨੂੰ? ਆਈ ਥਿੰਕ ਜੀ ਘੱਟੋ ਘੱਟ ਐਟਲੀਸਟ 6 ਮਹੀਨੇ ਤੋਂ ਕਹਿ ਹੀ ਸਕਦੇ ਹਾਂ, ਸਾਲ ਵੀ ਲੱਗ ਸਕਦਾ ਹੈ। ਹੁਣ ਇਹ ਪਤਾ ਲੱਗੇਗਾ ਕਿ ਜਦੋਂ ਹਾਲਾਤ ਕਦੋਂ ਠੀਕ ਹੁੰਦੇ ਨੇ। ਉਸ ਤੋਂ ਬਾਅਦ ਫਿਰ ਲੋਕਾਂ ਕੋਲ ਪੈਸੇ ਵੀ ਨਹੀਂ ਰਹਿਣੇ ਇੱਥੇ, ਖਾਸ ਕਰਕੇ ਇੰਡੀਆ 'ਚ, ਕਿਉਂਕਿ ਸਾਰਾ ਕੁਝ ਤਾਂ ਬੰਦ ਹੈ। ਸਭ ਲੋਕ ਪਹਿਲਾਂ ਆਪਣੀ ਜ਼ਰੂਰਤਾਂ ਜਿਹੜੀਆਂ ਨੇ ਉਹਨਾਂ ਨੂੰ ਪੂਰੀਆਂ ਕਰਨਗੇ, ਨਾ ਕਿ ਪਹਿਲਾਂ ਹੋਰ ਚੀਜ਼ਾਂ ਖਰੀਦਣਗੇ। ਅਤੇ ਪਰ ਫਿਟਨੈਸ ਔਰ ਬਾਕਸਿੰਗ ਦੇ ਵੱਲ ਮੇਰੇ ਖਿਆਲ ਲੋਕ ਜ਼ਿਆਦਾ ਧਿਆਨ ਦੇਣਗੇ, ਕਿਉਂਕਿ ਇੱਕ ਸਿਹਤ ਨੂੰ ਠੀਕ ਰੱਖਣ ਵਾਸਤੇ ਇਹ ਚੀਜ਼ਾਂ ਤਾਂ ਜ਼ਰੂਰੀ ਨੇ। ਅੱਜ ਕੱਲ੍ਹ ਵੀਡੀਓਜ਼ ਵੀ ਕਾਫੀ ਵਾਇਰਲ ਹੋ ਰਹੀਆਂ, ਜਿਹੜੇ ਕਲੱਬ ਦੇ ਵਿੱਚ ਜਾ ਕੇ ਜਾਂ ਫਿਰ ਆਊਟਡੋਰ ਜਾ ਕੇ ਕੋਈ ਬਾਕਸਿੰਗ ਕਰਦਾ ਜਾਂ ਫਿਟਨੈਸ ਦਾ ਧਿਆਨ ਰੱਖਦੇ, ਉਹ ਘਰਾਂ ਦੇ ਵਿੱਚ ਲੋਕ ਜ਼ਿਆਦਾ ਕਰਨ ਲੱਗ ਗਏ ਹੁਣ। ਹਾਂ, ਕਰਦੇ ਪਏ ਇਸ ਵੇਲੇ ਕਾਫੀ ਲੋਕਾਂ ਨੂੰ, ਕਿਉਂਕਿ ਇੱਕ ਤਾਂ ਡਰ ਵੀ ਹੈ ਕਿ ਉਹ ਹੁਣ ਬਾਹਰ ਜਾ ਨਹੀਂ ਸਕਦੇ। ਅੱਗੋਂ ਆਉਣ ਵਾਲੇ ਟਾਈਮ 'ਚ ਜਿਮਸ ਵਗੈਰਾ ਜਿਹੜੇ ਨੇ, ਕਲੱਬਸ ਨੇ ਜਾਂ ਗਰਾਊਂਡਸ ਨੇ, ਉਹ ਵੀ ਨਹੀਂ ਓਪਨ ਹੋਣਗੀਆਂ, ਕਿਉਂਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈ। ਅਤੇ ਆਈ ਥਿੰਕ ਲੋਕ ਕਾਫੀ ਪ੍ਰੈਫਰ ਕਰ ਰਹੇ ਨੇ ਕਿ ਉਹ ਜਿਹੜਾ ਹੋਮ ਫਿਟਨੈਸ ਦਾ ਸਮਾਨ ਹੈ ਉਹ ਘਰ ਹੀ ਖਰੀਦ ਕੇ ਘਰ ਹੀ ਯੂਜ਼ ਕਰਨ। ਲੇਬਰ ਦਾ ਅੱਜ ਕੱਲ੍ਹ ਬੜਾ ਵੱਡਾ ਮਸਲਾ ਹੈਗਾ। ਤੁਹਾਡੇ ਵੀ 3 ਯੂਨਿਟ ਚੱਲ ਰਹੇ, ਲੇਬਰ ਕਾਫੀ ਕੰਮ ਕਰ ਰਹੀ ਆ। ਤੁਹਾਨੂੰ ਲੇਬਰ ਦੀ ਕੋਈ ਪਰੇਸ਼ਾਨੀ ਆ ਰਹੀ ਹੈ ਇਸ ਤੋਂ? ਹਾਂਜੀ, ਲੱਕੀਲੀ ਘੱਟ ਆ ਰਹੀ ਹੈ, ਕਿਉਂਕਿ ਸਾਡੇ ਕੋਲ ਜ਼ਿਆਦਾ ਲੇਬਰ ਲੋਕਲ ਸੀਗੀ, ਬਟ ਜਿਹੜੇ ਲੋਕ ਡਿਪੈਂਡੈਂਟ ਨੇ ਮਾਈਗਰੈਂਟ ਲੇਬਰ ਦੇ ਉੱਤੇ, ਉਹਨਾਂ ਨੂੰ ਤਾਂ ਬਹੁਤ ਆ ਰਹੀ ਹੈ, ਕਿਉਂਕਿ ਪਹਿਲਾਂ ਇੰਡਸਟਰੀ ਬੰਦ ਸੀ। ਹੁਣ ਇੰਡਸਟਰੀ ਖੁੱਲ੍ਹੀ ਹੈ ਅਤੇ ਜੇ ਉਹਨੂੰ ਥੋੜ੍ਹਾ ਬਹੁਤਾ ਚਲਾਉਣਾ ਹੈ ਤਾਂ ਉਹਦੇ ਵਾਸਤੇ ਲੇਬਰ ਚਾਹੀਦੀ ਹੈ, ਪਰ ਹੁਣ ਸਰਕਾਰ ਨੇ ਉਹਨਾਂ ਨੂੰ ਭੇਜਣ ਦਾ ਇੰਤਜ਼ਾਮ ਕਰਦੀ ਪਈ ਹੈ, ਜਿਹੜਾ ਕਿ ਨਹੀਂ ਸੀ ਹੋਣਾ ਚਾਹੀਦਾ। ਪਰ ਹੁਣ ਜੇ ਲੇਬਰ ਦੇ ਪੁਆਇੰਟ ਆਫ ਵਿਊ ਨਾਲ ਵੇਖਿਆ ਜਾਏ, ਲੇਬਰ ਵੀ ਸ਼ਾਇਦ ਸਹੀ ਹੈ, ਕਿ ਉਹ ਜਿਹੜੇ ਇੰਨੀ ਦੇਰ ਦੇ ਵਿਛੜੇ ਨੇ ਜਾਂ ਜਿਨ੍ਹਾਂ ਨੂੰ ਪ੍ਰੋਬਲਮ ਹੈ ਅਨਆਰਗੇਨਾਈਜ਼ ਸੈਕਟਰ ਦੇ ਵਿੱਚ, ਉਹ ਜਾਣਾ ਚਾਹੁੰਦੇ, ਪਰ ਲੱਕੀਲੀ ਸਾਨੂੰ ਨਹੀਂ ਹੈ ਜੀ ਪ੍ਰੋਬਲਮ ਆਈ। ਵੈਸੇ ਸਪੋਰਟਸ ਖੇਤਰ ਦੇ ਵੱਲ ਬਹੁਤਾ ਸਰਕਾਰ ਦਾ ਧਿਆਨ ਨਹੀਂ ਹੈਗਾ, ਪਰ ਸਪੋਰਟਸ ਇੰਡਸਟਰੀ ਲਈ ਜੋ ਪਾਲਿਸੀਜ਼ ਹੈਗੀਆਂ ਨੇ ਸਰਕਾਰ ਦੀਆਂ, ਉਹਦੇ ਤੋਂ ਤੁਸੀਂ ਖੁਸ਼ ਹੋ ਜਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਇੰਪਲੀਮੈਂਟ ਕਰਨਾ ਚਾਹੀਦਾ? ਨਹੀਂ ਜੀ, ਕੋਈ ਖਾਸ ਨਹੀਂ ਸਾਨੂੰ ਸਪੋਰਟ ਮਿਲ ਰਹੀ। ਅਸੀਂ ਹਰ ਵੇਲੇ ਸਰਕਾਰ ਦੇ ਪਿੱਛਾ ਕਰਦੇ ਰਹਿੰਦੇ ਹਾਂ, ਅਥੋਰਿਟੀਜ਼ ਦਾ, ਕਿ ਸਾਨੂੰ ਸਪੋਰਟ ਕੀਤੀ ਜਾਵੇ, ਸਾਨੂੰ ਕੋਈ
ਇਸ ਇੰਡਸਟਰੀ ਨੂੰ ਇਹ ਕਿਉਂਕਿ ਕਾਟੇਜ ਇੰਡਸਟਰੀ ਹੈ, ਲੇਬਰ ਓਰੀਐਂਟਡ ਇੰਡਸਟਰੀ ਹੈ। ਅਸੀਂ ਕਈ ਤਰ੍ਹਾਂ ਦੀ ਛੋਟੀ ਲੇਡੀਜ਼ ਲੇਬਰ, ਬੈਕਵਰਡ ਲੇਬਰ, ਬਹੁਤ ਤਰ੍ਹਾਂ ਦੀ ਲੇਬਰ ਨੂੰ ਅਸੀਂ ਸੰਭਾਲ ਕੇ ਰੱਖਨੇ ਆ, ਪਰ ਸਾਨੂੰ ਗਵਰਨਮੈਂਟ ਵੱਲੋਂ ਕੋਈ ਸਪੋਰਟ ਨਹੀਂ ਮਿਲਦੀ। ਅਸੀਂ ਸਪੋਰਟ ਹਮੇਸ਼ਾ ਚਾਹੁੰਦੇ ਹਾਂ ਕਿ ਸਾਨੂੰ ਮਿਲੇ, ਕੋਈ ਸਾਨੂੰ ਇੱਥੇ ਕਲਸਟਰ ਬਣਨ, ਕੋਈ ਸਪੋਰਟਸ ਦੇ ਕੋਈ ਕਾਮਨ ਫੈਸਿਲਿਟੀ ਸੈਂਟਰ ਬਣੇ, ਕੋਈ ਸਕਿੱਲ ਡਿਵੈਲਪਮੈਂਟ ਦਾ ਕੰਮ ਹੋਵੇ, ਤੇ ਇਹ ਚੀਜ਼ਾਂ ਸਾਡੀਆਂ ਜਿਹੜੀਆਂ ਨਹੀਂ ਸੁਣੀਆਂ ਜਾਂਦੀਆਂ। ਜੇ ਮੈਂ ਓਵਰਆਲ ਗੱਲ ਕਰਾਂ ਫਿਗਰਸ ਦੇ ਵਿੱਚ, ਆਪਾਂ ਨਹੀਂ ਗੱਲ ਮੋਟੇ-ਮੋਟੇ ਤੌਰ ਦੇ ਉੱਪਰ, ਕਿ ਸਪੋਰਟਸ ਇੰਡਸਟਰੀ ਨੂੰ ਕਿੰਨਾ ਕੁ ਘਾਟਾ ਪੈ ਗਿਆ ਹੋਊਗਾ ਪੂਰੀ ਜਲੰਧਰ ਦੇ ਵਿੱਚ, ਕਿਉਂਕਿ ਸਪੋਰਟਸ ਇੰਡਸਟਰੀ ਹੱਬ ਆ, ਇੱਥੋਂ ਹੀ ਵਰਲਡ ਕੱਪ ਲਈ ਬੈਟ ਬਣ ਕੇ ਜਾਂਦੇ ਆ, ਇੱਥੋਂ ਹੀ ਵਰਲਡ ਕੱਪ ਲਈ ਬਾਕਸਿੰਗ ਦੇ ਲਈ ਸਾਰਾ ਕੁਝ ਹੁੰਦਾ, ਤਾਂ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਘਾਟਾ ਹੋਊਗਾ? ਘਾਟਾ ਬਹੁਤ ਹੈ ਜੀ, ਕੋਈ ਅਸੀਂ ਇਸ ਵੇਲੇ ਫਿਗਰਸ ਤੇ ਨਹੀਂ ਹੈਗੀਆਂ, ਬਟ ਕਈ ਅਸੀਂ ਵੇਖਿਆ ਸੀ ਮੀਡੀਆ ਦੇ ਵਿੱਚ ਹੀ ਕਿ ਕਿਧਰੇ ਆ ਰਿਹਾ 2000 ਕਰੋੜ ਦਾ ਘਾਟਾ ਹੈ, ਕਿਧਰੇ ਕੋਈ ਕਹਿੰਦਾ ਸੀ 1500 ਕਰੋੜ ਦਾ, ਤੇ ਕੋਈ ਥੋੜ੍ਹਾ ਤਾਂ ਨਹੀਂ ਹੋਣਾ, ਕਿਉਂਕਿ ਇੰਨਾ ਵੱਡਾ ਇੰਡੀਆ ਹੈ ਤੇ ਯੂਜ਼ ਤੇ ਕਾਫੀ ਹੁੰਦੀ ਹੈ ਸਪੋਰਟਸ। ਕੁਝ ਲੋਕ ਇਹ ਕਹਿੰਦੇ ਨੇ ਕਿ ਜੇ ਸਾਨੂੰ ਘਾਟਾ ਇੰਨਾ ਬਹੁਤਾ ਨਹੀਂ ਪਿਆ, ਕਿ ਜੇ ਪੈਸਾ ਸਾਡੇ ਕੋਲ ਆਇਆ ਨਹੀਂ ਪਰ ਸਾਡਾ ਪੈਸਾ ਗਿਆ ਵੀ ਨਹੀਂ, ਕਿ ਅਸੀਂ ਘਰਾਂ ਦੇ ਵਿੱਚ ਸੇਵ ਵੀ ਕੀਤਾ, ਸਾਡਾ ਪੈਸਾ ਵੱਜਾ ਰਿਹਾ, ਬਹੁਤਾ ਨੁਕਸਾਨ ਨਹੀਂ। ਤੁਸੀਂ ਇਸ ਚੀਜ਼ ਨਾਲ ਸਹਿਮਤ? ਨਹੀਂ, ਐਜ਼ ਏ ਇੰਡਸਟਰੀ, ਐਜ਼ ਏ ਵਪਾਰੀ ਬੰਦੇ ਦਾ ਤੇ ਪੈਸਾ ਤੁਹਾਨੂੰ ਪਤਾ ਸਾਰਾ ਬਲੌਕ ਹੀ ਪਿਆ ਦਾ, ਕਿਉਂਕਿ ਹੁਣ ਜਿਹੜਾ ਅੱਗੋਂ ਸਮਾਨ ਜਿਹੜਾ ਬਣਿਆ ਦਾ ਉਹ ਅੱਗੋਂ ਜੇ ਵਿਕੇਗਾ ਹੀ ਨਹੀਂ, ਕੋਈ ਖੁੱਲ੍ਹਣਗੇ ਹੀ ਨਹੀਂ ਸ਼ਾਪਸ ਜਾਂ ਜਿਹੜੇ ਡਿਸਟਰੀਬਿਊਟਰਸ ਨੇ, ਤੇ ਫਿਰ ਉਹ ਸਮਾਨ ਤੇ ਜਾ ਹੀ ਨਹੀਂ ਪਾਏਗਾ, ਪੈਸਾ ਤੇ ਬਲੌਕ ਹੈ। ਅਸੀਂ ਬੈਂਕ ਵੀ ਜਿਹੜੇ ਨੇ ਕੋਈ ਇਸ ਵੇਲੇ ਮਦਦ ਨਹੀਂ ਕਰ ਰਹੀ ਸਰਕਾਰ, ਨਾ ਕੋਈ ਇੰਟਰਸਟ ਰੇਟ ਘਟਾ ਰਹੀ ਹੈ, ਨਾ ਕੋਈ ਸਾਨੂੰ ਫਾਈਨੈਂਸ ਪ੍ਰੋਵਾਈਡ ਕਰ ਰਹੀ ਹੈ, ਨਾ ਕੋਈ ਸੈਲਰੀਆਂ ਸਰਕਾਰ ਨੇ ਨਹੀਂ ਦਿੱਤੀਆਂ ਜਦ ਕਿ ਉਹ ਦੇ ਸਕਦੀ ਸੀ ESI ਫੰਡ ਵਿੱਚੋਂ, ਤੇ ਬਹੁਤ ਕੁਝ ਕਰ ਸਕਦੀ ਸੀ ਸਰਕਾਰ, ਪਰ ਕਿਸੇ ਪਾਸੋਂ ਕੋਈ ਸਪੋਰਟ ਮਿਲੀ ਨਹੀਂ। ਇਹ ਘਾਟਾ ਤਾਂ ਪੂਰਾ ਹੋਣਾ ਹੀ ਨਹੀਂ। ਤੁਸੀਂ ਜਾਂ ਸਪੋਰਟਸ ਇੰਡਸਟਰੀ ਜਲੰਧਰ ਦੀ ਕੋਈ ਡਿਸਟ੍ਰਿਕਟ ਲੈਵਲ ਤੇ ਜਲੰਧਰ ਦੇ ਪ੍ਰਸ਼ਾਸਨ ਨੂੰ ਕੋਈ ਅਪੀਲ ਕਰ ਰਹੀ ਹੈ ਕਿ ਸਾਡਾ ਏਰੀਆ ਥੋੜ੍ਹਾ ਬਹੁਤਾ ਛੋਟ ਦੇ ਦਿੱਤੀ ਜਾਵੇ, ਕਿਉਂਕਿ ਸਪੋਰਟਸ ਬਹੁਤ ਵਧੇਰੇ ਮਾਤਰਾ 'ਚ ਇੱਥੇ? ਹਾਂਜੀ, ਅਸੀਂ ਬਹੁਤ ਕਰ ਰਹੇ ਹਾਂ। ਸਾਡੀ ਜਿਹੜੀ ਐਸੋਸੀਏਸ਼ਨ ਨੇ ਸਪੋਰਟੈਕਸ, ਸਪੋਰਟਸ ਐਂਡ ਟੋਇਜ਼ ਐਸੋਸੀਏਸ਼ਨ ਹੈ ਜਿਹੜੀ ਸਾਡੀ ਸਪੋਰਟੈਕਸ ਦੀ, ਅਸੀਂ ਉਹਦੇ ਥਰੂ ਸਭ ਨੂੰ ਆਪਣਾ CM ਸਾਹਿਬ ਨੂੰ, ਆਪਣਾ ਪ੍ਰਿੰਸੀਪਲ ਸੈਕਟਰੀ ਚੰਡੀਗੜ੍ਹ, ਸਭ ਨੂੰ ਅਸੀਂ ਇੱਥੇ ਲੋਕਲ DC ਸਾਹਿਬ ਨੂੰ, ਸਭ ਨੂੰ ਆਪਣੇ ਰਿਪਰੈਜ਼ੈਂਟੇਸ਼ਨ ਦੇ ਰਹੇ ਹਾਂ ਟਾਈਮ ਐਂਡ ਅਗੇਨ, ਬਟ ਕਿਸੇ ਵੀ ਮੇਰੇ ਖਿਆਲ ਹਜੇ ਤੱਕ ਸਾਡੀ ਗੱਲ ਸੁਣੀ ਨਹੀਂ ਗਈ ਕਿ ਸਾਨੂੰ ਕੋਈ ਰਿਆਇਤਾਂ ਦਿੱਤੀਆਂ ਜਾਣ, ਜਾਂ ਪਹਿਲਾਂ ਜਿਸ ਤਰ੍ਹਾਂ ਸਾਰੀ ਇੰਡਸਟਰੀ ਦੀ ਇੱਕੋ ਡਿਮਾਂਡ ਸੀ, ਕੋਈ ਬਿਜਲੀ ਦੀ ਸੀ ਮਾਫੀ ਸੀ, ਇੰਟਰਸਟ ਦੀ ਸੀ, ਜਾਂ ਹੋਰ ਵੀ ਹੈ, ਪਰ ਹੁਣ ਅਸੀਂ ਭਰਪੂਰ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਬਸਤੀ 9 ਜਿਹੜੀ ਸਪੋਰਟਸ ਮਾਰਕੀਟ ਹੈ ਉਹਨੂੰ ਖੋਲ੍ਹਿਆ ਜਾਵੇ, ਕਿਉਂਕਿ ਹੋਰ ਚੀਜ਼ਾਂ ਖੋਲ੍ਹੀਆਂ ਜਾ ਰਹੀਆਂ ਨੇ, ਸਪੋਰਟਸ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ। ਜਦ ਕਿ ਸਪੋਰਟਸ ਨੂੰ ਅਹਿਮੀਅਤ ਦਿੱਤੀ ਜਾਏ ਤਾਂ ਲੋਕਾਂ ਦੀ ਹੈਲਥ ਅੱਛੀ ਹੋਏਗੀ, ਪਰ ਸਾਡੀ ਅਜੇ ਤੱਕ ਮੰਗ ਪੂਰੀ ਨਹੀਂ ਹੋਈ। ਇੰਟਰਵਿਊ ਦੇ ਅਖੀਰ ਦੇ ਵਿੱਚ ਕੋਈ ਸਰਕਾਰ ਨੂੰ ਅਪੀਲ ਤੁਹਾਡੇ ਵੱਲੋਂ, ਸਪੋਰਟਸ ਇੰਡਸਟਰੀ ਦੇ ਵੱਲੋਂ? ਅਪੀਲ ਆਈ ਹੈ ਜੀ ਕਿ ਸਾਨੂੰ ਸਪੋਰਟ ਕੀਤੀ ਜਾਵੇ, ਸੈਂਟਰ ਗਵਰਨਮੈਂਟ ਸਪੋਰਟ ਕਰੇ, ਸਟੇਟ ਗਵਰਨਮੈਂਟ ਸਪੋਰਟ ਕਰੇ। ਜਿਸ ਤਰ੍ਹਾਂ ਅਸੀਂ ਮੰਗਦੇ ਪਏ ਹਾਂ ਕਿ ਜਿਹੜੇ ਬੈਂਕ ਦੇ ਵਿਆਜ ਨੇ ਉਹਨਾਂ ਉੱਤੇ ਸਪੋਰਟ ਹੋਵੇ, ਬਿਜਲੀ ਦੇ ਜਾਂ ਸੈਲਰੀਜ਼ ਸੀਗੀਆਂ ਗਵਰਨਮੈਂਟ ਦੀਆਂ, ਕੋਈ ਸਟਿਮੂਲਸ ਪੈਕੇਜ ਮਿਲੇ, ਜਿਹਦਾ ਕਿ ਅਜੇ ਤੱਕ ਕੋਈ ਮੇਰੇ ਖਿਆਲ ਅਜੇ ਨੀਅਰ ਫਿਊਚਰ 'ਚ ਕੋਈ ਤਾਂ ਪਤਾ ਨਹੀਂ ਕਿ ਕਦੋਂ ਮਿਲੇਗਾ। ਤੇ ਇਹੀ ਸਾਡੀਆਂ ਕਾਮਨ, ਸਾਡੀ ਇੰਡਸਟਰੀ ਦੀਆਂ ਸਾਰੀਆਂ ਸੇਮ ਹੀ ਡਿਮਾਂਡਸ ਨੇ ਕਿ ਸਾਨੂੰ ਕਿਸੇ ਕਿਸਮ ਦੀ ਗਵਰਨਮੈਂਟ ਸਪੋਰਟ ਮਿਲੇ, ਜਿਹੜੀ ਐਕਸਟਰਨਲ ਸਪੋਰਟ ਹੈ, ਤਦ ਹੀ ਅਸੀਂ ਅੱਗੇ ਕੁਝ ਸਰਵਾਈਵ ਕਰ ਪਾਵਾਂਗੇ ਤੇ ਅੱਗੇ ਵੱਧ ਪਾਵਾਂਗੇ। ਧੰਨਵਾਦ ਚੱਡਾ ਸਾਹਿਬ, ਤੁਸੀਂ ਵਿਚਾਰ ਸਾਂਝੇ ਕੀਤੇ। ਸੋ ਇਸ ਵੇਲੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਚਾਹੇ ਉਹ ਕਿਸੇ ਵੀ ਖੇਤਰ ਦੀ ਇੰਡਸਟਰੀ ਹੋਵੇ। ਸਪੋਰਟਸ ਇੰਡਸਟਰੀ ਜਲੰਧਰ ਦੇ ਵਿੱਚ ਹੱਬ ਵਜੋਂ ਉੱਭਰ ਕੇ ਸਾਹਮਣੇ, ਸਭ ਤੋਂ ਵੱਧ ਜੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਸਮਾਨ ਜਾਂਦਾ ਸਪੋਰਟਸ ਦਾ, ਤਾਂ ਉਹ ਜਲੰਧਰ ਤੋਂ ਬਣ ਕੇ ਜਾਂਦਾ। ਸੋ ਸਮੇਂ ਦੀ ਜ਼ਰੂਰਤ ਇਹ ਹੈ ਕਿ ਸਰਕਾਰਾਂ ਨੂੰ ਹੁਣ ਆਪਣੀ ਪਾਲਿਸੀਜ਼ ਜਿਹੜੀਆਂ ਨੇ ਉਹ ਲਾਗੂ ਕਰ ਦੇਣੀਆਂ ਚਾਹੀਦੀਆਂ ਨੇ। ਜਿਹੜੀਆਂ ਵਾਅਦੇ, ਜਿਹੜੀਆਂ ਗੱਲਾਂ ਇਸ ਇੰਡਸਟਰੀ ਦੇ ਨਾਲ ਕੀਤੀਆਂ ਸਨ, ਉਹਨਾਂ ਨੂੰ ਹੁਣ ਇੰਪਲੀਮੈਂਟ ਕਰਕੇ ਇੰਡਸਟਰੀਲਿਸਟ ਦੀ ਬਾਂਹ ਜਿਹੜੀ ਹੈ ਹੁਣ ਫੜਨੀ ਚਾਹੀਦੀ ਹੈ। ਕੈਮਰਾਮੈਨ ਮੁਕੇਸ਼ ਬਾਵਾ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।